ਆਈਜ਼ੈਕ ਨਿਊਟਨ। ਇਹ ਨਾਂ ਸੁਣਦਿਆਂ ਹੀ ਦਿਮਾਗ ਵਿੱਚ ਕੀ ਆਉਂਦਾ ਹੈ? ਸਿਰ ਤੇ ਡਿੱਗਦਾ ਹੋਇਆ ਸੇਬ, ਗ੍ਰੈਵਿਟੀ ਦੇ ਨਿਯਮ, ਸ਼ਾਇਦ ਇਹ ਹੀ ਹੈ ਨਾ? ਪਰ ਅਸਲ ਕਹਾਣੀ ਇਸ ਤੋਂ ਕਿਤੇ ਵੱਧ ਅਜੀਬ ਅਤੇ ਦਿਲਚਸਪ ਹੈ। ਤਾਂ ਚਲੋ ਅੱਜ ਇਸ ਮਹਾਨ ਹਸਤੀ ਦੇ ਪਿੱਛੇ ਛੁਪੇ ਅਸਲੀ ਇਨਸਾਨ ਨੂੰ ਜਾਣਦੇ ਹਾਂ। ਇਹ ਗੱਲ ਮਸ਼ਹੂਰ ਕਵੀ ਅਲੈਗਜ਼ੈਂਡਰ ਪੋਪ ਨੇ ਕਹੀ ਸੀ, ਤੇ ਸੋਚ ਕੇ ਦੇਖੋ, ਇਹ ਗੱਲ ਨਿਊਟਨ ਦੇ ਜਿਉਂਦੇ ਜੀਏ ਕਹੀ ਗਈ ਸੀ। ਮਤਲਬ ਲੋਕ ਉਸ ਨੂੰ ਸਿਰਫ ਇੱਕ ਸਾਇੰਟਿਸਟ ਨਹੀਂ, ਬਲਕਿ ਇੱਕ ਅਵਤਾਰ ਜਿਹਾ ਮੰਨਦੇ ਸੀ, ਜਿਵੇਂ ਉਸਨੇ ਕੁਦਰਤ ਦੇ ਸਾਰੇ ਰਾਜ਼ ਖੋਲ੍ਹ ਕੇ ਰੱਖ ਦਿੱਤੇ ਹੋਣ। ਤਾਂ ਜਦੋਂ ਵੀ ਆਪਾਂ ਨਿਊਟਨ ਬਾਰੇ ਸੋਚਦੇ ਹਾਂ, ਸਭ ਤੋਂ ਪਹਿਲਾਂ ਕਿਹੜੀ ਚੀਜ਼ ਦਿਮਾਗ ਵਿੱਚ ਆਉਂਦੀ ਹੈ? ਚਲੋ ਉਸੇ ਕਹਾਣੀ ਤੋਂ ਸ਼ੁਰੂ ਕਰਦੇ ਹਾਂ ਜੋ ਆਪਾਂ ਸਾਰਿਆਂ ਨੇ ਬਚਪਨ ਤੋਂ ਸੁਣੀ ਹੈ। ਤੇ ਇਹ ਨੇ ਉਹ ਕੰਮ ਜਿਨ੍ਹਾਂ ਨੇ ਉਸ ਨੂੰ ਇੱਕ ਲੈਜੈਂਡ ਬਣਾਇਆ। ਸੋਚੋ, ਸਿਰਫ 20 ਸਾਲਾਂ ਦੇ ਅੰਦਰ ਉਸਨੇ ਮੈਥਸ, ਫਿਜ਼ਿਕਸ ਤੇ ਐਸਟ੍ਰੋਨੋਮੀ ਦੀ ਪੂਰੀ ਸ਼ਕਲ ਹੀ ਬਦਲ ਦਿੱਤੀ। ਉਸ ਦੀ ਕਿਤਾਬ ਪ੍ਰਿੰਸੀਪੀਆ ਨੂੰ ਤਾਂ ਅੱਜ ਵੀ ਫਿਜ਼ਿਕਸ ਦੀ ਸਭ ਤੋਂ ਜ਼ਰੂਰੀ ਕਿਤਾਬ ਮੰਨਿਆ ਜਾਂਦਾ ਹੈ। ਇੱਕ ਇਕੱਲੀ ਕਿਤਾਬ ਨੇ ਸਭ ਕੁਝ ਬਦਲ ਦਿੱਤਾ। ਤੇ ਹਾਂ, ਉਹ ਸੇਬ ਵਾਲੀ ਕਹਾਣੀ, ਕਿਵੇਂ ਇੱਕ ਸੇਬ ਡਿੱਗ ਗਿਆ ਤੇ ਬਸ ਇਨਸਪੀਰੇਸ਼ਨ ਆ ਗਈ। ਇਹ ਕਹਾਣੀ ਉਸ ਦੀ ਜੀਨੀਅਸ ਦਾ ਸਿੰਬਲ ਬਣ ਗਈ ਹੈ। ਪਰ ਅਸਲ ਗੱਲ ਇਹ ਹੈ ਕਿ ਨਿਊਟਨ ਦੀ ਜੀਨੀਅਸ ਇੱਕ ਪਲ ਦੀ ਚਮਕ ਨਹੀਂ ਸੀ। ਇਸ ਦੇ ਪਿੱਛੇ ਸਾਲਾਂ ਦੀ ਸਖਤ ਮਿਹਨਤ, ਇੱਕ ਜਨੂਨ ਸੀ। ਕੋਈ ਚਮਤਕਾਰ ਨਹੀਂ, ਬਸ ਦਿਨ-ਰਾਤ ਦਾ ਕੰਮ ਤੇ ਲਗਨ ਸੀ। ਗ੍ਰੈਵਿਟੀ ਨੇ ਉਸ ਨੂੰ ਮਸ਼ਹੂਰ ਜ਼ਰੂਰ ਕੀਤਾ, ਪਰ ਉਹ ਤਾਂ ਬਸ ਸ਼ੁਰੂਆਤ ਸੀ, ਉਸ ਦੇ ਦਿਮਾਗ ਦੀ ਕਾਬਲੀਅਤ ਦਾ ਇੱਕ ਛੋਟਾ ਜਿਹਾ ਹਿੱਸਾ। ਚਲੋ ਹੁਣ ਉਸ ਦੇ ਕੁਝ ਹੋਰ ਕਮਾਲ ਦੇ ਕੰਮਾਂ ਤੇ ਨਜ਼ਰ ਮਾਰੀਏ। ਲੱਗਦਾ ਸੀ ਜਿਵੇਂ ਉਸ ਦੀ ਅਕਲ ਦੀ ਕੋਈ ਹੱਦ ਹੀ ਨਹੀਂ ਸੀ। ਪਹਿਲੀ ਪ੍ਰੈਕਟੀਕਲ ਰਿਫਲੈਕਟਿੰਗ ਟੈਲੀਸਕੋਪ ਉਸਨੇ ਬਣਾਈ। ਇਹ ਸਾਬਿਤ ਕਰਨਾ ਕਿ ਚਿੱਟੀ ਰੋਸ਼ਨੀ ਸਾਰੇ ਰੰਗਾਂ ਦਾ ਮੇਲ ਹੈ, ਉਹ ਵੀ ਉਸਨੇ ਕੀਤਾ। ਕੈਲਕੂਲਸ ਉਹਦਾ ਕੋ-ਇਨਵੈਂਟਰ ਸੀ। ਇੱਥੇ ਹੀ ਗੱਲ ਨਹੀਂ ਮੁੱਕੀ, ਉਸਨੇ ਸਾਊਂਡ ਦੀ ਸਪੀਡ ਕੈਲਕੂਲੇਟ ਕੀਤੀ ਤੇ ਚੀਜ਼ਾਂ ਦੇ ਠੰਡੇ ਹੋਣ ਦੇ ਨਿਯਮ ਵੀ ਬਣਾਏ। ਚਲੋ ਇਸ ਲਾਅ ਆਫ ਕੂਲਿੰਗ ਦੀ ਹੀ ਗੱਲ ਕਰ ਲਈਏ। ਭਾਵੇਂ ਇਹ ਉਸਦੇ ਮੋਸ਼ਨ ਦੇ ਲਾਜ਼ ਜਿੰਨਾ ਫੇਮਸ ਨਹੀਂ ਹੈ, ਪਰ ਇਹ ਉਸਦੇ ਕੰਮ ਕਰਨ ਦੇ ਤਰੀਕੇ ਨੂੰ ਵਿਖਾਉਂਦਾ ਹੈ। ਮਤਲਬ ਦੁਨੀਆਦਾਰੀ ਦੀਆਂ ਉਲਝੀਆਂ ਹੋਈਆਂ ਚੀਜ਼ਾਂ ਨੂੰ ਵੇਖਣਾ ਤੇ ਉਹਨਾਂ ਨੂੰ ਸਾਫ਼-ਸੁਥਰੇ, ਆਸਾਨ ਮੈਥਮੈਟੀਕਲ ਰੂਲਸ ਵਿੱਚ ਬਦਲ ਦੇਣਾ। ਕਮਾਲ ਦੀ ਗੱਲ ਇਹ ਹੈ ਕਿ ਇਹ ਲਾਅ ਅੱਜ ਵੀ ਥਰਮੋਡਾਇਨਾਮਿਕਸ ਵਿੱਚ ਇਸਤੇਮਾਲ ਹੁੰਦਾ ਹੈ। ਤੇ ਹੁਣ ਕਹਾਣੀ ਇੱਕ ਬਿਲਕੁਲ ਅਨੋਖਾ ਮੋੜ ਲੈਂਦੀ ਹੈ। ਜਦੋਂ ਕੋਈ ਬ੍ਰਹਿਮੰਡ ਦੇ ਰਾਜ਼ ਸੁਲਝਾ ਲਵੇ, ਉਸ ਤੋਂ ਬਾਅਦ ਉਹ ਕੀ ਕਰੇਗਾ? ਖੈਰ, ਨਿਊਟਨ ਨੇ ਜੋ ਕੀਤਾ ਉਸ ਬਾਰੇ ਕੋਈ ਸੋਚ ਵੀ ਨਹੀਂ ਸਕਦਾ ਸੀ। ਹਾਂਜੀ, ਬਿਲਕੁਲ ਸਹੀ ਸੁਣਿਆ, ਇੱਕ ਡਿਟੈਕਟਿਵ। ਸਾਲ ਸੀ 1696। ਆਈਜ਼ੈਕ ਨਿਊਟਨ ਲੰਡਨ ਸ਼ਿਫਟ ਹੋ ਗਏ ਤੇ ਰਾਇਲ ਮਿੰਟ ਦੇ ਵਾਰਡਨ ਬਣ ਗਏ। ਇਹ ਕੋਈ ਆਰਾਮ ਦੀ ਕੁਰਸੀ ਵਾਲੀ ਨੌਕਰੀ ਨਹੀਂ ਸੀ। ਦੇਸ਼ ਇੱਕ ਬਹੁਤ ਵੱਡੇ ਸੰਕਟ ਵਿੱਚ ਸੀ ਤੇ ਉਸ ਨੂੰ ਆ ਕੇ ਸਭ ਠੀਕ ਕਰਨਾ ਸੀ। ਸੰਕਟ ਕੀ ਸੀ? ਉਹ ਸਮਝੋ। ਉਸ ਸਮੇਂ ਇੰਗਲੈਂਡ ਵਿੱਚ ਚੱਲ ਰਹੇ ਹਰ 5 ਸਿੱਕਿਆਂ ਵਿੱਚੋਂ ਇੱਕ ਨਕਲੀ ਸੀ। ਸੋਚੋ, 20%। ਦੇਸ਼ ਦੀ ਇਕਾਨਮੀ ਤਬਾਹ ਹੋ ਰਹੀ ਸੀ ਤੇ ਨਿਊਟਨ ਦਾ ਕੰਮ ਸੀ ਇਸ ਪੂਰੇ ਕ੍ਰਿਮੀਨਲ ਨੈਟਵਰਕ ਦੀ ਜੜ ਪੁੱਟਣਾ। ਤੇ ਇਹ ਕੰਮ ਬਹੁਤ ਹੀ ਖਤਰਨਾਕ ਸੀ। ਨਕਲੀ ਸਿੱਕੇ ਬਣਾਉਣਾ ਸਿਰਫ ਧੋਖਾਧੜੀ ਨਹੀਂ, ਬਲਕਿ ਰਾਜਦਰੋਹ ਮੰਨਿਆ ਜਾਂਦਾ ਸੀ। ਸਿੱਧਾ ਰਾਜੇ ਦੇ ਖਿਲਾਫ ਹਮਲਾ। ਤੇ ਇਸ ਦੀ ਸਜ਼ਾ, ਓਹੋ, ਸੁਣ ਕੇ ਰੂਹ ਕੰਬ ਜਾਂਦੀ ਸੀ। ਫਾਂਸੀ ਦੇਣਾ, ਘਸੀਟਣਾ ਤੇ ਸਰੀਰ ਦੇ ਟੁਕੜੇ-ਟੁਕੜੇ ਕਰ ਦੇਣਾ। ਨਿਊਟਨ ਇੱਕ ਬਹੁਤ ਹੀ ਖਤਰਨਾਕ ਖੇਡ ਦਾ ਹਿੱਸਾ ਬਣ ਚੁੱਕਾ ਸੀ। ਤੇ ਪਤਾ ਕੀ, ਉਹ ਇਸ ਕੰਮ ਵਿੱਚ ਵੀ ਕਮਾਲ ਦਾ ਸੀ। ਜਿਵੇਂ ਉਹ ਸਾਇੰਸ ਦੇ ਸਵਾਲ ਸੁਲਝਾਉਂਦਾ ਸੀ, ਬਿਲਕੁਲ ਉਸੇ ਡਿਸਪਲਿਨ ਨਾਲ ਉਸਨੇ ਅਪਰਾਧੀਆਂ ਨੂੰ ਫੜਨਾ ਸ਼ੁਰੂ ਕੀਤਾ। ਉਹ ਭੇਸ ਬਦਲ ਕੇ ਲੰਡਨ ਦੇ ਸ਼ਰਾਬਖਾਨਿਆਂ ਤੇ ਅੱਡਿਆਂ ਵਿੱਚ ਜਾਂਦਾ, ਸਬੂਤ ਇਕੱਠੇ ਕਰਦਾ ਤੇ ਗਵਾਹਾਂ ਤੋਂ ਆਪ ਪੁੱਛਗਿੱਛ ਕਰਦਾ ਸੀ। ਇਹ ਕੰਮ ਇੱਕ ਸਾਇੰਟਿਸਟ ਦਾ ਨਹੀਂ, ਇੱਕ ਪੱਕੇ ਜਾਸੂਸ ਦਾ ਸੀ। ਜੇ ਉਸ ਦਾ ਡਿਟੈਕਟਿਵ ਬਣਨਾ ਹੈਰਾਨ ਕਰਦਾ ਹੈ, ਤਾਂ ਰੁਕੋ, ਉਸ ਦੇ ਪਰਸਨਲ ਸ਼ੌਂਕ ਤੇ ਜਨੂਨ ਤਾਂ ਇਸ ਤੋਂ ਵੀ ਜ਼ਿਆਦਾ ਹੈਰਾਨ ਕਰਨ ਵਾਲੇ ਸੀ। ਇਹ ਉਸ ਦੀ ਜ਼ਿੰਦਗੀ ਦਾ ਉਹ ਪਹਿਲੂ ਸੀ ਜਿਸ ਨੂੰ ਉਸਨੇ ਸਾਰੀ ਉਮਰ ਦੁਨੀਆ ਤੋਂ ਲੁਕਾ ਕੇ ਰੱਖਿਆ। ਦੁਨੀਆ ਦੀ ਨਜ਼ਰ ਵਿੱਚ ਨਿਊਟਨ ਲੌਜਿਕ ਤੇ ਆਰਡਰ ਦਾ ਪੁਜਾਰੀ ਸੀ, ਪਰ ਪਰਦੇ ਪਿੱਛੇ ਉਸ ਦੀ ਦੁਨੀਆ ਬਿਲਕੁਲ ਅਲੱਗ ਸੀ। ਉਸਨੇ ਆਪਣੇ ਸਾਲਾਂ-ਸਾਲ ਐਲਕੀਮੀ ਤੇ ਗੁਜ਼ਾਰੇ, ਉਹੀ ਪੁਰਾਣੀ ਕਲਾ ਜਿਸ ਵਿੱਚ ਧਾਤਾਂ ਨੂੰ ਸੋਨੇ ਵਿੱਚ ਬਦਲਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ। ਤੇ ਨਾਲ ਹੀ ਉਹ ਬਾਈਬਲ ਦੀਆਂ ਗੁਪਤ ਭਵਿੱਖਬਾਣੀਆਂ ਦੇ ਮਤਲਬ ਲੱਭਣ ਵਿੱਚ ਡੁੱਬਿਆ ਰਹਿੰਦਾ ਸੀ। ਇੱਕ ਅੰਦਾਜ਼ੇ ਦੇ ਮੁਤਾਬਿਕ ਨਿਊਟਨ ਨੇ ਇਕੱਲੇ ਐਲਕੀਮੀ ਦੇ ਟੌਪਿਕ ਤੇ 10 ਲੱਖ ਸ਼ਬਦ ਲਿਖੇ। 10 ਲੱਖ! ਇਹ ਉਸ ਦੀ ਸਭ ਤੋਂ ਮਸ਼ਹੂਰ ਸਾਇੰਟਿਫਿਕ ਕਿਤਾਬ ਪ੍ਰਿੰਸੀਪੀਆ ਤੋਂ ਵੀ ਜ਼ਿਆਦਾ ਹੈ। ਮਤਲਬ ਇਹ ਕੋਈ ਟਾਈਮ ਪਾਸ ਨਹੀਂ ਸੀ, ਇਹ ਇੱਕ ਜਨੂਨ ਸੀ। ਜੇ ਉਸ ਦੇ ਦਿਮਾਗ ਨੂੰ ਸਮਝਣਾ ਹੈ ਤਾਂ ਬਸ ਉਸ ਦੀ ਪਰਸਨਲ ਲਾਇਬ੍ਰੇਰੀ ਵੇਖ ਲਓ, ਸਭ ਕੁਝ ਸਾਫ਼ ਹੋ ਜਾਂਦਾ ਹੈ। ਥਿਓਲੋਜੀ ਯਾਨੀ ਕਿ ਧਰਮ ਸ਼ਾਸਤਰ ਅਤੇ ਐਲਕੀਮੀ ਦੀਆਂ ਕਿਤਾਬਾਂ ਫਿਜ਼ਿਕਸ ਤੇ ਮੈਥਸ ਦੀਆਂ ਕਿਤਾਬਾਂ ਨਾਲੋਂ ਕਿਤੇ ਜ਼ਿਆਦਾ ਸੀ।
ਇਸ ਤੋਂ ਸਾਫ਼ ਪਤਾ ਲੱਗਦਾ ਏ ਕਿ ਅਸਲੀ ਵਿੱਚ ਉਸ ਦਾ ਦਿਮਾਗ ਕਿੰਨੀਆਂ ਚੀਜ਼ਾਂ ਵਿੱਚ ਉਲਝਿਆ ਹੋਇਆ ਸੀ। ਪਰ ਇਸ ਤੋਂ ਵੀ ਵੱਡਾ ਰਾਜ਼ ਤੇ ਖਤਰਾ ਸੀ ਉਸਦੇ ਧਾਰਮਿਕ ਵਿਚਾਰ। ਉਹ ਈਸਾਈ ਧਰਮ ਦੇ ਸਭ ਤੋਂ ਬੁਨਿਆਦੀ ਸਿਧਾਂਤ ਟ੍ਰਿਨਿਟੀ ਨੂੰ ਨਹੀਂ ਮੰਨਦਾ ਸੀ। ਉਸ ਜ਼ਮਾਨੇ ਵਿੱਚ ਇਹ ਗੱਲ ਕਹਿਣਾ ਮਤਲਬ ਆਪਣਾ ਕੈਰੀਅਰ ਤੇ ਸ਼ਾਇਦ ਆਪਣੀ ਜਾਨ ਵੀ ਗਵਾ ਦੇਣਾ। ਇਹ ਉਹ ਰਾਜ਼ ਸੀ ਜੋ ਉਹ ਆਪਣੇ ਨਾਲ ਹੀ ਲੈ ਗਿਆ। ਤਾਂ ਫਿਰ ਇਹਨਾਂ ਸਾਰੇ ਅਲੱਗ-ਅਲੱਗ ਕਿਰਦਾਰਾਂ ਨੂੰ ਆਪਾਂ ਕਿਵੇਂ ਜੋੜੀਏ? ਇੱਕ ਪਾਸੇ ਸਾਇੰਟਿਸਟ, ਦੂਜੇ ਪਾਸੇ ਡਿਟੈਕਟਿਵ ਤੇ ਤੀਜੇ ਪਾਸੇ ਇੱਕ ਰਹੱਸਵਾਦੀ। ਇਹ ਸਭ ਮਿਲ ਕੇ ਇੱਕ ਅਜੀਬ ਤੇ ਬਹੁਤ ਹੀ ਗੌਰ ਕਰਨ ਵਾਲੀ ਤਸਵੀਰ ਬਣਾਉਂਦੇ ਨੇ। ਆਪਣੀ ਜ਼ਿੰਦਗੀ ਦੇ ਆਖਰੀ ਦਿਨਾਂ ਵਿੱਚ ਨਿਊਟਨ ਨੇ ਬੜੇ ਹੀ ਨਿਮਾਣੇ ਹੋ ਕੇ ਆਪਣੇ ਕੰਮ ਬਾਰੇ ਕਿਹਾ। ਉਹ ਕਹਿੰਦਾ ਸੀ ਕਿ ਉਹ ਤਾਂ ਬਸ ਸਮੁੰਦਰ ਕਿਨਾਰੇ ਖੇਡਣ ਵਾਲੇ ਇੱਕ ਬੱਚੇ ਵਰਗਾ ਹੈ ਜਿਸ ਦੇ ਸਾਹਮਣੇ ਸੱਚ ਦਾ ਇੰਨਾ ਵੱਡਾ ਸਮੁੰਦਰ ਅਣਵੇਖਿਆ ਪਿਆ ਹੈ। ਇਹ ਗੱਲ ਉਹ ਸਾਇੰਟਿਸਟ ਦੀ ਇਮੇਜ ਨਾਲ ਪੂਰੀ ਮਿਲਦੀ ਹੈ ਜਿਸ ਨੂੰ ਆਪਾਂ ਜਾਣਦੇ ਹਾਂ, ਜੋ ਹਮੇਸ਼ਾ ਗਿਆਨ ਦੀ ਖੋਜ ਵਿੱਚ ਰਹਿੰਦਾ ਸੀ। ਪਰ ਇੱਕ ਮਸ਼ਹੂਰ ਅਰਥਸ਼ਾਸਤਰੀ ਜੌਨ ਮੇਨਾਰਡ ਕੀਨਜ਼, ਜਿਸ ਨੇ ਨਿਊਟਨ ਦੇ ਗੁਪਤ ਕਾਗਜ਼ ਪੜ੍ਹੇ, ਉਹ ਇੱਕ ਬਿਲਕੁਲ ਅਲੱਗ ਨਤੀਜੇ ਤੇ ਪਹੁੰਚਿਆ। ਕੀਨਜ਼ ਦੇ ਮੁਤਾਬਿਕ ਨਿਊਟਨ ਏਜ ਆਫ ਰੀਜ਼ਨ ਯਾਨੀ ਤਰਕ ਦੇ ਯੁੱਗ ਦਾ ਪਹਿਲਾ ਇਨਸਾਨ ਨਹੀਂ ਸੀ, ਉਹ ਤਾਂ ਜਾਦੂਗਰਾਂ ਦੀ ਆਖਰੀ ਪੀੜ੍ਹੀ ਸੀ। ਇੱਕ ਅਜਿਹਾ ਇਨਸਾਨ ਜਿਸ ਦਾ ਇੱਕ ਪੈਰ ਪੁਰਾਣੇ ਜਾਦੂ ਟੂਣੇ ਵਿੱਚ ਸੀ ਤੇ ਦੂਸਰਾ ਆਉਣ ਵਾਲੇ ਸਾਇੰਸ ਦੇ ਯੁੱਗ ਵਿੱਚ। ਤਾਂ ਸਵਾਲ ਇਹ ਉੱਠਦਾ ਹੈ, ਇਸ ਜਨੂਨੀ, ਜ਼ਿੱਦੀ ਤੇ ਕਈ ਵਾਰ ਬੇਰਹਿਮ ਇਨਸਾਨ ਦੀ ਪੂਰੀ ਕਹਾਣੀ ਜਾਣ ਕੇ ਕਿ ਉਸ ਦੀ ਲੈਜੈਂਡ ਵਾਲੀ ਇਮੇਜ ਫਿੱਕੀ ਪੈਂਦੀ ਹੈ ਜਾਂ ਫਿਰ ਇਹ ਗੱਲ ਉਸ ਦੀਆਂ ਪ੍ਰਾਪਤੀਆਂ ਨੂੰ ਹੋਰ ਵੀ ਜ਼ਿਆਦਾ ਕਮਾਲ ਦਾ ਬਣਾ ਦਿੰਦੀ ਹੈ। ਸ਼ਾਇਦ ਅਸਲੀ ਜੀਨੀਅਸ ਦਾ ਮਤਲਬ ਹੀ ਇਹ ਹੋਵੇ, ਤਰਕ ਤੇ ਜਾਦੂ ਦਾ ਇੱਕ ਅਨੋਖਾ ਮੇਲ।